ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਕਵਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੀਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਵਖਿਆਨ। ਸਭ ਤੇ ਊਤਮ ਹਰਿ ਕੀ ਕਥਾ। ਨਾਮ ਸੁਣਤ ਦਰਦ ਦੁਖ ਲੱਥਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਜੇਤੇ ਕਰਮ ਕਮਾਏ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਈ। ਮਰ ਜੰਮੈ ਆਵੈ ਜਾਏ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ। ਮੂੰਹ ਕਾਲੇ ਉਠ ਜਾਏ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਐ। ਮੂੰਹ ਕਾਲੇ ਉਠ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰੂ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ। ਗੁਰੂ ਚਰਨਾਂ ਵਿੱਚ ਜੁੜ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਸੁਭਾਗ ਦਾ ਸਮਾਂ ਆਪਾਂ ਨੂੰ ਬਖਸ਼ਿਆ ਹੈ। ਇਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਰਾਗ ਬਿਹਾਗੜਾ ਦੀ ਵਾਰ, ਜਿਹਦੇ ਵਿੱਚ ਇਸ ਸਮੇਂ ਇੱਕ ਸ਼ਲੋਕ ਗੁਰੂ ਰਾਮਦਾਸ ਜੀ ਦਾ, ਇੱਕ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਤੇ ਪੌੜੀ ਵਾਲਾ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ। ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੀ ਆਪਾਂ ਵਿਚਾਰ ਕਰਨੀ ਹੈ। ਇਹ ਪਾਵਨ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 552 ਅਤੇ 553 ਅੰਗ ਤੇ ਸੁਭਾਏਮਾਨ ਹਨ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਉਪਦੇਸ਼ ਕਰ ਰਹੇ ਹਨ। ਅੱਜ ਆਪਾਂ ਵੇਖਦੇ ਹਾਂ, ਮਨੁੱਖ ਇੱਥੋਂ ਤੱਕ ਚਲਾ ਗਿਆ ਕਿ ਉਹ ਕਹਿੰਦਾ ਧਰਮ ਦੀ ਲੋੜ ਨਹੀਂ ਹੈ ਤੇ ਕੇਵਲ ਸੰਸਾਰਕ ਜੀਵਨ ਹੀ ਸਭ ਤੋਂ ਅੱਗੇ ਹੈ, ਔਰ ਇਹੀ ਜੀਵਨ ਹੈ, ਹੋਰ ਕੁਝ ਨਹੀਂ ਹੈ। ਪਰ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਉਪਦੇਸ਼ ਕਰ ਰਹੇ ਨੇ ਕਿ ਸਤਿਗੁਰੂ ਦੀ ਲੋੜ ਹੈ, ਧਰਮ ਦੀ ਲੋੜ ਹੈ, ਗੁਰੂ ਦੀ ਮੱਤ ਦੀ ਲੋੜ ਹੈ। ਜਿਵੇਂ ਸਾਡੇ ਸੰਸਾਰਕ ਜੀਵਨ ਨੂੰ
ਸਰੀਰਕ ਜੀਵਨ ਨੂੰ ਵਧੀਆ ਢੰਗ ਨਾਲ ਜੇ ਜਿਉਣਾ ਹੈ ਤੇ ਇਹਦੇ ਵਾਸਤੇ ਵੀ ਦੁਨਿਆਵੀ ਗੁਰੂ ਦੀ ਲੋੜ ਹੈ, ਦੁਨਿਆਵੀ ਵਿਦਿਆ ਦੀ ਲੋੜ ਹੈ। ਜੇਕਰ ਮਨੁੱਖ ਅੱਜ ਕੋਈ ਆਪਣੇ ਬੱਚੇ ਨੂੰ ਨਹੀਂ ਪੜ੍ਹਾਉਂਦਾ, ਆਸ-ਪਾਸ ਦੇ ਲੋਕ, ਸਮਾਜ ਦੇ ਲੋਕ, ਰਿਸ਼ਤੇਦਾਰ ਉਹਨੂੰ ਮਾੜਾ ਗਿਣਦੇ ਨੇ, ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੀ ਵਿਦਿਆ ਹੈ ਇਹ ਸਭ ਤੋਂ ਵੱਡੀ ਦੌਲਤ ਹੈ ਦੁਨੀਆ ਦੇ ਵਿੱਚ। ਜੋ ਕੰਮ ਵੱਡੇ ਵੱਡੇ ਸ਼ਸਤਰ ਵੀ ਨਹੀਂ ਕਰ ਸਕਦੇ, ਉਹ ਵਿਦਿਆ ਕਰ ਜਾਂਦੀ ਹੈ, ਉਹ ਗਿਆਨ ਕਰ ਜਾਂਦਾ ਹੈ। ਇਸੇ ਕਰਕੇ ਪੁਰਾਤਨ ਸਮਿਆਂ ਤੋਂ ਰਿਸ਼ੀਆਂ ਮੁਨੀਆਂ, ਅਵਤਾਰਾਂ, ਪੈਗੰਬਰਾਂ ਨੇ ਵਿਦਿਆ ਨੂੰ ਪ੍ਰਥਮ ਨੰਬਰ 'ਤੇ ਰੱਖਿਆ ਅਤੇ ਆਪਣੀ ਬਾਣੀ ਨੂੰ ਜਾਂ ਹੋਰ ਮਹਾਂਪੁਰਖਾਂ ਦੀ ਬਾਣੀ ਨੂੰ ਲਿਖਤੀ ਰੂਪ ਦੇ ਦਿੱਤਾ ਕਿ ਜਿਹੜੀ ਵਿਦਿਆ ਹੈ, ਵਿਦਿਆ ਤੋਂ ਬਿਨਾਂ ਨਾ ਤਾਂ ਸਾਡਾ ਸੰਸਾਰਕ ਜੀਵਨ ਵਧੀਆ ਹੋ ਸਕਦਾ ਹੈ ਔਰ ਨਾ ਸਾਡਾ ਆਤਮਿਕ ਜੀਵਨ ਵਧੀਆ ਹੋ ਸਕਦਾ ਹੈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਕਰ ਰਹੇ ਹਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਮਨ ਬਿਰਤੀਆਂ ਜੋੜੀਏ। ਜੋ ਸਾਨੂੰ ਧਰਮ ਦੀ ਰੂਪ ਰੇਖਾ ਦਿਖਾਈ ਜਾ ਰਹੀ ਹੈ, ਅਸਲ ਵਿੱਚ ਇਹ ਚੀਜ਼ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਥਾਂ ਪਰ ਥਾਂ ਇਸ ਬਾਰੇ ਸਾਨੂੰ ਚਾਨਣ ਪਾਇਆ ਹੈ। ਸੋ ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਜੁੜਨਾ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਏ। ਜੇਕਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਗੁਰੂ ਦੀ ਸੇਵਾ ਨਹੀਂ ਕਰਦਾ, ਮਹਾਰਾਜ ਕਹਿੰਦੇ ਜਿੰਨੇ ਵੀ ਇਹ ਕਰਮ ਕਰਦਾ ਉਹ ਇਹਦੀ ਆਤਮਾ ਨੂੰ ਬੰਧਨ ਰੂਪ ਹੀ ਹਨ। ਭਾਵੇਂ ਉਹ ਸੰਸਾਰਕ ਹਨ ਤੇ ਭਾਵੇਂ ਇਹ ਧਰਮ ਦੇ ਨਾਂ 'ਤੇ ਕਰਦਾ, ਜਦੋਂ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ ਉਦੋਂ ਤੱਕ ਇਹ ਸਾਰੇ ਕਰਮ ਜੀਵ ਵਾਸਤੇ, ਆਤਮਾ ਵਾਸਤੇ ਬੰਧਨ ਰੂਪ ਹਨ। ਭਾਵ ਆਤਮਾ ਨੂੰ ਉਹ ਉਡਾਰੀਆਂ ਨਹੀਂ ਲਾਣ ਦਿੰਦੇ ਜੋ ਆਤਮਾ ਨੂੰ ਉਡਾਰੀਆਂ ਲਾਣੀਆਂ ਚਾਹੀਦੀਆਂ ਹਨ। ਪਰ ਆਤਮਾ ਤਾਂ ਇਹਨਾਂ ਕਰਮਾਂ ਦੇ, ਧਰਮਾਂ ਦੇ, ਐਸੀਆਂ ਲੋਕ ਰੀਤਾਂ ਦੇ ਬੰਧਨਾਂ ਦੇ ਵਿੱਚ ਵੱਜ ਕੇ ਰਹਿ ਗਈ, ਕਿਉਂਕਿ ਸੱਚਾ ਸਤਿਗੁਰੂ ਨਹੀਂ ਮਿਲਿਆ। ਜੇ ਸੱਚਾ ਸਤਿਗੁਰੂ ਮਿਲਦਾ ਉਹਨੇ ਗਿਆਨ ਕਰਾ ਦੇਣਾ ਸੀ ਕਿ ਭਾਈ ਇਸ ਤਰ੍ਹਾਂ ਦੇ ਕਰਮ ਕਰਨ ਦਾ ਕੋਈ ਲਾਭ ਨਹੀਂ ਹੈ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਗਏ ਹਨ, ਉੱਥੇ ਉਸ ਸਮੇਂ ਸੂਰਜ ਗ੍ਰਹਿਣ ਦਾ ਸਮਾਂ ਬੜਾ ਭਾਰੀ ਮੇਲਾ ਲੱਗਾ ਹੋਇਆ, ਬੜੀ ਦੁਨੀਆ ਇਕੱਠੀ ਹੋਈ ਹੈ ਤੇ ਸਤਿਗੁਰੂ ਪਾਤਸ਼ਾਹ ਉੱਥੇ ਲੋਕਾਂ ਦੀ ਕਿਰਿਆ ਦੇਖ ਕੇ ਬੜੇ ਹੈਰਾਨ ਹੋਏ। ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਦੇ ਰਹੇ ਹਨ। ਮਹਾਰਾਜ ਜੀ ਨੇ ਪੱਛਮ ਵਾਲੇ ਪਾਸੇ, ਭਾਵ ਆਪਣੇ ਘਰ ਵੱਲ ਮੂੰਹ ਕਰਕੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਉਹ ਕਰਮਕਾਂਡੀ ਲੋਕ ਇਕੱਠੇ ਹੋ ਕੇ ਆ ਗਏ, ਬੜਾ ਰੌਲਾ ਵੱਧ ਗਿਆ। ਕਹਿਣ ਲੱਗੇ ਇਸ ਥਾਂ 'ਤੇ, ਇਸ ਪਵਿੱਤਰ ਜਗ੍ਹਾ 'ਤੇ ਆ ਕੇ ਤੁਸੀਂ ਇਹ ਕੀ ਕੁਕਰਮ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮਝਾਉਣ ਦਾ ਤਰੀਕਾ ਵੇਖੋ। ਉਹਨਾਂ ਨੂੰ ਕੁਝ ਮਾੜਾ ਨਹੀਂ ਆਖਿਆ, ਕੁਝ ਵੀ ਨਹੀਂ ਬੋਲੇ, ਬਸ ਉਹਨਾਂ ਤੋਂ ਉਲਟ
पंजाब वाले पासे पानी सुट्टन लग पे। ते वो कहंदे तुसीं ये की कर रहे हो? धन गुरु नानक देव जी महाराज कहंदे पहलां तुसीं दसो तुसीं इत्थे की कर रहे हो? कहन लगे जी असीं ते पितरां नूं पानी दे रहे हां, इत्थों इन्नी दूर पितर हन तां सूरज वल मुख करके पानी दे रहे हां कि वो पानी साडे पितरां तक पहुँच जावे। महाराज कहंदे ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਇਸ ਕਰਕੇ ਪਾਣੀ ਦੇ ਰਹੇ ਹਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਨੇ ਤੁਸੀਂ ਕਿਉਂ ਪਾਣੀ ਇੱਦਾਂ ਸੁੱਟ ਰਹੇ ਹੋ? ਮਹਾਰਾਜ ਕਹਿੰਦੇ ਜਦੋਂ ਅਸੀਂ ਪੰਜਾਬ ਤੋਂ ਆਏ ਸੀ ਤੇ ਖੇਤ ਬੀਜ ਕੇ ਆਏ ਸੀ, ਉਹਨਾਂ ਖੇਤਾਂ ਨੂੰ ਪਾਣੀ ਲਾਉਣ ਵਾਲਾ ਕੋਈ ਪ੍ਰਬੰਧ ਕਰਨ ਵਾਲਾ ਹੈ ਨਹੀਂ ਸੀ, ਅਸੀਂ ਪਾਣੀ ਲਾ ਰਹੇ ਹਾਂ। ਕਹਿੰਦੇ ਤੁਹਾਡਾ ਸੁੱਟਿਆ ਹੋਇਆ ਪਾਣੀ ਪੰਜਾਬ ਕਿਵੇਂ ਜਾ ਸਕਦਾ ਹੈ? ਤੇ ਮਹਾਰਾਜ ਕਹਿੰਦੇ ਪੰਜਾਬ ਤਾਂ ਇੱਥੋਂ ਕੋਈ ਬਹੁਤਾ ਦੂਰ ਨਹੀਂ, ਤੁਹਾਡੇ ਪਿੱਤਰ ਕਿੰਨੀ ਦੂਰ ਨੇ? ਕਹਿੰਦੇ ਮਹਾਰਾਜ ਪਤਾ ਹੀ ਨਹੀਂ, ਕਰੋੜਾਂ ਹਜ਼ਾਰਾਂ ਕਿੰਨਾ ਪੈਂਡਾ ਹੈ, ਮੀਲਾਂ ਦਾ ਕੋਈ ਪਤਾ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਜੇ ਸਾਡਾ ਸੁੱਟਿਆ ਹੋਇਆ ਪਾਣੀ ਇੱਥੇ ਨਹੀਂ ਜਾ ਸਕਦਾ, ਤੁਹਾਡਾ ਸੁੱਟਿਆ ਹੋਇਆ ਪਾਣੀ ਸੂਰਜ ਤੱਕ ਕਿਵੇਂ, ਤੁਹਾਡੇ ਪਿੱਤਰਾਂ ਤੱਕ ਕਿਵੇਂ ਪਹੁੰਚ ਸਕਦਾ ਹੈ? ਫਿਰ ਇੱਥੋਂ ਦਾ ਸੁੱਟਿਆ ਹੋਇਆ ਪਾਣੀ ਉੱਥੇ ਜਾ ਕੇ ਕੀ ਭਲਾ ਕਰੇਗਾ? ਜੇ ਪਾਣੀ ਕੋਈ ਇੱਥੋਂ ਲੈ ਵੀ ਜਾਵੇ ਉੱਥੇ ਤਾਂ ਕੀ ਭਲਾ ਕਰੇਗਾ? ਸੱਚੇ ਸਤਿਗੁਰੂ ਦੀ ਮੱਤ ਤੋਂ ਬਿਨਾਂ ਜੀਵ ਨੂੰ ਇਸ ਤਰ੍ਹਾਂ ਦੇ ਬੰਧਨ ਪਏ ਰਹਿੰਦੇ ਨੇ। ਇਸ ਤਰ੍ਹਾਂ ਦੇ ਕਰਮ ਬੜੇ ਮਨੁੱਖ ਕਰਦਾ ਹੈ, ਪਰ ਸੱਚੇ ਸਤਿਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ। ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਏ। ਜਿੰਨੇ ਵੀ ਕਰਮ ਕਰਦਾ ਹੈ ਉਹ ਸਾਰੇ ਬੰਧਨ ਰੂਪ ਹੋ ਕੇ ਇਸ ਨੂੰ ਚਿੰਬੜ ਜਾਂਦੇ ਨੇ, ਹੋਰ ਬੰਧਨ ਪੈ ਜਾਂਦੇ ਨੇ। ਜਿਵੇਂ ਕੋਈ ਮਨੁੱਖ ਇੱਥੋਂ ਆਪਾਂ ਮੰਨ ਲਓ ਆਪਾਂ ਜਾਣਾ ਸੀ ਅੰਮ੍ਰਿਤਸਰ ਵਾਲੇ ਪਾਸੇ ਨੂੰ, ਆਪਾਂ ਨੂੰ ਪਤਾ ਨਹੀਂ ਸੀ ਸਹੀ ਗੱਲ ਦਾ, ਆਪਾਂ ਤੁਰ ਪਏ ਦਿੱਲੀ ਵੱਲ ਨੂੰ। ਕਈ ਦਿਨ ਚੱਲਦੇ ਰਹੇ ਕਈ ਦਿਨ ਜਦੋਂ ਕਾਫੀ ਦੂਰ ਚਲੇ ਗਏ ਨਾ, ਦਿਨ ਰਾਤ ਕਰਕੇ, ਉੱਥੇ ਜਾ ਕੇ ਪਤਾ ਲੱਗਾ ਵੀ ਅਸੀਂ ਤੇ ਗਲਤ ਆ ਗਏ ਹਾਂ। ਹੁਣ ਵਾਪਸ ਮੁੜਨਾ ਵੀ ਬੰਧਨ, ਪਹਿਲਾਂ ਗਏ ਉਹ ਵੀ ਬੰਧਨ ਸੀ, ਉੱਥੋਂ ਹੁਣ ਮੁੜਨਾ ਵੀ ਆਪਾਂ ਤਾਂ ਗਲਤ ਦਿਸ਼ਾ ਵਿੱਚ ਚਲੇ ਗਏ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਦੀ ਮੱਤ ਤੋਂ ਬਿਨਾਂ ਜੀਵ ਜਿੰਨਾ ਵੀ ਕੁਝ ਕਰੇਗਾ ਉਹ ਖੁਆਰ ਹੋਵੇਗਾ, ਦੁਖੀ ਹੋਵੇਗਾ। ਸਮਝ ਨਹੀਂ ਹੈ ਮਾਰਗ ਦੀ, ਤੁਰਿਆ ਜਾ ਰਿਹਾ, ਕਿੱਥੇ ਜਾ ਰਿਹਾ ਰਸਤਾ ਪਤਾ ਹੀ ਨਹੀਂ ਹੈ। ਜਾਣਾ ਹੋਰ ਪਾਸੇ ਸੀ, ਤੁਰੀ ਹੋਰ ਪਾਸੇ ਗਿਆ, ਪਤਾ ਜਦੋਂ ਲੱਗਾ ਬੜੀ ਦੇਰ ਹੋ ਚੁੱਕੀ ਸੀ, ਵਾਪਸ ਮੁੜਿਆ। ਹੁਣ ਉੱਥੇ ਗਿਆ ਹੋਇਆ ਇੱਕ ਛਿਨ ਵਿੱਚ ਤਾਂ ਵਾਪਸ ਆ ਨਹੀਂ ਸਕਦਾ। ਹੁਣ ਜਿੰਨਾ ਵੀ ਉੱਥੋਂ ਪੈਂਡਾ ਵਾਪਸ ਮੁੜਦਾ ਹੈ ਤੇ ਝੁਰਦਾ ਹੈ, ਰੋਂਦਾ ਹੈ ਕਿ ਮੈਂ ਐਸੀ ਗਲਤੀ ਕਿਉਂ ਕੀਤੀ। ਅੱਜ ਵੀ ਆਪਾਂ ਵੇਖਦੇ ਹਾਂ ਬੜੇ ਲੋਕ ਡੇਰੇਦਾਰਾਂ ਦੇ ਨਾਲ ਜੁੜੇ ਨੇ, ਪਤਾ ਹੈ ਨਹੀਂ ਮਾਰਗ ਦਾ, ਰੂਹਾਨੀਅਤ ਦਾ, ਤੁਰੇ ਫਿਰਦੇ ਨੇ। ਉਹ ਤਾਂ ਅੱਗੇ ਜਾ ਕੇ ਪਤਾ ਲੱਗੇਗਾ ਵੀ ਕੀ ਬਣੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਜੇਤੇ ਕਰਮ ਕਮਾਏ। ਜਿੰਨੇ ਵੀ ਕਰਮ ਕਰਨੇ ਨੇ ਸੱਚੇ ਸਤਿਗੁਰੂ ਤੋਂ ਬਿਨਾਂ ਉਹ ਬੰਧਨ ਰੂਪ ਹਨ। ਗੁਰੂ ਦੀ ਮੱਤ ਲੈ ਕੇ ਚੱਲਾਂਗੇ ਤੇ ਹਰ ਇੱਕ ਪੁੱਟਿਆ ਹੋਇਆ ਕਦਮ ਸਾਨੂੰ ਰੱਬ ਵੱਲ ਲੈ ਕੇ ਜਾਵੇਗਾ, ਪਰ ਗੁਰੂ ਦੀ ਮੱਤ ਤੋਂ ਬਿਨਾਂ ਚੱਲਾਂਗੇ ਤਾਂ ਫਿਰ ਦੁੱਖ ਪ੍ਰਾਪਤ ਹੋਵੇਗਾ। ਇਸ ਕਰਕੇ ਮਹਾਰਾਜ ਫਰਮਾਨ ਕਰੇ ਬਿਨ ਸਤਿਗੁਰ ਸੇਵੇ ਠਵਰ ਨਾ ਪਾਵੀ, ਮਰ ਜੰਮੈ ਆਵੈ ਜਾਏ। ਸੱਚੇ ਸਤਿਗੁਰੂ ਦੇ ਹੁਕਮ ਮੰਨਣ ਤੋਂ ਬਿਨਾਂ, ਉਹਦੀ ਸੇਵਾ ਕੀਤੇ ਬਿਨਾਂ, ਸੇਵਾ ਦਾ ਭਾਵ ਹੈ ਗੁਰੂ ਦਾ ਹੁਕਮ ਮੰਨਣਾ। ਮਹਾਰਾਜ ਕਹਿੰਦੇ ਜਦੋਂ ਤੱਕ ਮਨੁੱਖ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਇਹਨੂੰ ਥਾਂ ਨਹੀਂ ਮਿਲਦੀ। ਮਰ ਜੰਮੇ ਆਵੇ ਜਾਏ, ਜੰਮਦਾ ਮਰਦਾ ਆਉਂਦਾ ਜਾਂਦਾ ਰਹਿੰਦਾ ਹੈ। ਜਿਵੇਂ
ਜਦੋਂ ਤੱਕ ਬੱਚਾ ਟੀਚਰ ਨੂੰ ਸਮਰਪਿਤ ਨਹੀਂ ਹੋ ਜਾਂਦਾ, ਸਕੂਲ ਵੀ ਜਾਂਦਾ ਨਹੀਂ, ਗੱਲ ਮੰਨਦਾ ਨਹੀਂ ਟੀਚਰ ਦੀ, ਪੜ੍ਹਾਈ ਕਿਵੇਂ ਪ੍ਰਾਪਤ ਕਰੇਗਾ? ਪੜ੍ਹਾਈ ਕਰਕੇ ਹੀ ਛੁਟਕਾਰਾ ਹੋਵੇਗਾ, ਸੁੱਖ ਲਵੇਗਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਸਤਿਗੁਰੂ ਦੀ ਗੱਲ ਨਾ ਮੰਨੀ ਤਾਂ ਫਿਰ ਇਹਨੂੰ ਥਾਂ ਨਹੀਂ ਮਿਲਣੀ। ਪੜ੍ਹਾਈ ਕਰਨ ਦਾ ਸਮਾਂ ਹੈ ਨਾ, ਪੜ੍ਹਾਈ ਕਰਕੇ ਆਪਾਂ ਕੋਈ ਸਮਾਂ ਆਉਂਦਾ, ਉਸ ਸਮੇਂ ਪੜ੍ਹਾਈ ਕਰਕੇ ਕੋਈ ਥਾਂ 'ਤੇ ਪਹੁੰਚ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਭਾਈ ਹੁਣ ਨਾਮ ਨਾ ਜਪਿਆ, ਉਹ ਸਮਾਂ ਲੰਘ ਗਿਆ, ਫਿਰ ਬੜਾ ਪਛਤਾਣਾ ਪਵੇਗਾ। ਜੰਮਦਾ ਮਰਦਾ ਫਿਰ ਆਉਂਦਾ ਜਾਂਦਾ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਆਏ। ਬਿਨ ਸਤਿਗੁਰੂ ਦੇ ਹੁਕਮ ਮੰਨੇ ਬਿਨਾ, ਗੁਰੂ ਦੀ ਸੇਵਾ ਕੀਤੇ ਬਿਨਾ ਜਿੰਨਾ ਵੀ ਬੋਲਣਾ ਹੈ ਉਹ ਸਭ ਫਿੱਕਾ ਹੈ, ਭਾਵ ਕਿਸੇ ਅਰਥ ਨਹੀਂ ਹੈ। ਕਿਉਂਕਿ ਉਹਦੇ ਵਿੱਚ ਮਨੁੱਖ ਸੰਸਾਰ ਦੀਆਂ ਗੱਲਾਂ ਹੀ ਬੋਲਦਾ ਹੈ, ਨਾਮ ਹਿਰਦੇ ਵਿੱਚ ਨਹੀਂ ਵਸਦਾ। ਨਾਮ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਨਹੀਂ ਜੁੜਦਾ, ਨਾਮ ਮਨ ਵਿੱਚ ਨਹੀਂ ਵਸਦਾ। ਮਹਾਰਾਜ ਕਹਿੰਦੇ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਜਿੰਨਾ ਮਰਜੀ ਮਨੁੱਖ ਬੋਲੀ ਜਾਵੇ, ਉਹ ਕੁਝ ਵੀ ਮਾਇਨੇ ਨਹੀਂ ਰੱਖਦਾ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਧੇ ਮਾਰੀਐ, ਮੂੰਹ ਕਾਲੇ ਉੱਠ ਜਾਏ। ਜਿਨ੍ਹਾਂ ਨੇ ਸੱਚੇ ਸਤਿਗੁਰੂ ਨੂੰ ਨਹੀਂ ਸੇਵਿਆ, ਹੁਕਮ ਨਹੀਂ ਮੰਨਿਆ, ਉਹ ਜਮਾਂ ਦੀ ਪੁਰੀ ਨੂੰ ਜਾਂਦੇ ਹਨ, ਉੱਥੇ ਬੰਨ੍ਹ ਕੇ ਕੁੱਟਿਆ ਜਾਂਦਾ ਹੈ। ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਐ, ਦੌੜਨ ਨਹੀਂ ਦਿੰਦੇ। ਮਹਾਰਾਜ ਕਹਿੰਦੇ ਉੱਥੇ ਬੰਨ੍ਹ ਕੇ ਮਾਰਦੇ ਨੇ, ਬੰਨ੍ਹ ਕੇ ਕੁੱਟਦੇ ਨੇ। ਮੂੰਹ ਕਾਲੇ ਉੱਠ ਜਾਏ, ਅੱਗੇ ਵੀ ਦੁੱਖ ਮਿਲਿਆ ਤੇ ਇਸ ਦੁਨੀਆ ਵਿੱਚ ਵੀ ਉਹਨੂੰ ਲਾਹਣਤਾਂ ਪਈਆਂ, ਫਟਕਾਰਾਂ ਪਈਆਂ। ਕਾਲਾ ਮੂੰਹ ਲੈ ਕੇ, ਕਾਲਖ ਵਾਲਾ ਮੂੰਹ ਲੈ ਕੇ, ਬਦਨਾਮੀ ਵਾਲਾ ਮੂੰਹ ਲੈ ਕੇ ਇੱਥੋਂ ਤੁਰ ਪੈਂਦਾ ਹੈ ਇਹ ਜੀਵ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀਐ, ਮੂੰਹ ਕਾਲੇ ਉੱਠ ਜਾਏ। ਜਮਾਂ ਦੀ ਪੁਰੀ ਵਿੱਚ ਬੰਨ੍ਹ ਕੇ ਮਾਰਿਆ ਜਾਂਦਾ ਹੈ। ਕਾਲਾ ਮੂੰਹ, ਕਾਲਖ ਵਾਲਾ ਮੂੰਹ, ਬਦਨਾਮੀ ਵਾਲਾ ਮੂੰਹ ਲੈ ਕੇ ਸਾਰ ਤੋਂ ਚਲੇ ਜਾਂਦੇ ਨੇ। ਮਹਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰਿ ਨਾਮ ਲੱਗੈ ਪਿਆਰ। ਹੁਣ ਇੱਕ ਤਾਂ ਉਹ ਜਿਨ੍ਹਾਂ ਨੇ ਨਾਮ ਜਪਿਆ, ਬਾਣੀ ਪੜ੍ਹੀ ਹੈ, ਇੱਕ ਉਹ ਨੇ ਜਿਨ੍ਹਾਂ ਨੇ ਨਹੀਂ ਜਪਿਆ। ਜਿਹੜਾ ਜਪੇਗਾ ਉਹਨੂੰ ਕੀ ਮਿਲਦਾ ਹੈ? ਮਹਾਰਾਜ ਕਹਿੰਦੇ, ਇੱਕ ਸਤਿਗੁਰੂ ਕੀ ਸੇਵਾ ਕਰੈ ਚਾਕਰੀ। ਇੱਕ ਸਤਿਗੁਰੂ ਦੀ ਸੇਵਾ ਕਰਦੇ ਨੇ। ਚਾਕਰੀ ਦਾ ਅਰਥ ਹੈ ਚਾਹ ਨਾਲ ਕੰਮ ਕਰਨਾ, ਸ਼ੌਂਕ ਨਾਲ, ਚਾਹ ਨਾਲ, ਪ੍ਰੇਮ ਨਾਲ ਕਰਨਾ। ਜੇਕਰ ਆਪਾਂ ਬੱਧੇ ਰੁੱਧੇ ਕੋਈ ਵੀ ਕੰਮ ਕਰੀਏ ਨਾ, ਉਹਦਾ ਸਾਨੂੰ ਰਸ ਜਿਹਾ ਨਹੀਂ ਆਉਂਦਾ, ਉਹਦਾ ਸਾਨੂੰ ਸੁੱਖ ਆਨੰਦ ਨਹੀਂ ਮਿਲਦਾ, ਭਾਵੇਂ ਦੁਨਿਆਵੀ ਕੰਮ ਹੀ ਕਿਉਂ ਨਾ ਹੋਵੇ। ਕੋਈ ਵੀ ਕੰਮ ਕਰਨਾ ਉਹਨੂੰ ਸਿਰ ਦਾ ਬੋਝ ਨਾ ਮੰਨੋ। ਆਪਾਂ ਕੋਈ ਡਿਊਟੀ ਕਰਨੀ ਹੈ, ਕਿਤੇ ਵੀ ਜੋਬ ਕਰਦੇ ਹਾਂ, ਕੋਈ ਵੀ ਕੰਮ ਕਰਨਾ ਸੰਸਾਰ ਦਾ, ਘਰ ਦਾ, ਆਪਾਂ ਵੇਖਦੇ ਹਾਂ ਬੰਦੇ ਟੈਨਸ਼ਨ ਵਿੱਚ ਚਲੇ ਜਾਂਦੇ ਨੇ, ਚਿੰਤਾ ਵਿੱਚ ਚਲੇ ਜਾਂਦੇ ਨੇ, ਹਾਏ ਹੁਣ ਕਿਵੇਂ ਹੋਏਗਾ, ਇਹ ਕੰਮ ਕਿਵੇਂ ਕਰਨਾ ਹੈ। ਮਹਾਰਾਜ ਕਹਿੰਦੇ, ਚਾਹ ਨਾਲ ਕਰ ਕੰਮ, ਸ਼ੌਂਕ ਨਾਲ ਕਰ ਜੋ ਵੀ ਕਰਨਾ ਹੈ। ਤੇ ਮਹਾਰਾਜ ਕਹਿੰਦੇ, ਗੁਰੂ ਦੀ ਸੇਵਾ ਚਾਹ ਨਾਲ ਕਰਿਆ ਕਰ, ਸ਼ੌਂਕ ਨਾਲ। ਗੁਰਦੁਆਰੇ ਜਾਣਾ, ਬਾਣੀ ਪੜ੍ਹਨੀ, ਨਾਮ ਜਪਣਾ। ਜਿਨ੍ਹਾਂ ਨੇ ਇੱਦਾਂ ਕੀਤਾ ਹੈ, ਹਰ ਨਾਮ ਮੇ ਲੱਗੈ ਪਿਆਰ, ਉਹਨਾਂ ਦਾ ਵਾਹਿਗੁਰੂ ਦੇ ਨਾਮ ਵਿੱਚ ਪਿਆਰ ਲੱਗ ਗਿਆ ਹੈ। ਇੱਕ ਸਤਿਗੁਰੂ ਕੀ ਸੇਵਾ ਕਰੈ ਚਾਕਰੀ, ਹਰ ਨਾਮੇ ਲੱਗੈ ਪਿਆਰ। ਉਹਨੂੰ ਫਲ ਕੀ ਮਿਲਿਆ? ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਉਹ ਆਪਣਾ ਜਨਮ ਵੀ ਸਵਾਰ ਲੈਂਦੇ ਨੇ, ਆਪਣੀ ਆਉਣ ਵਾਲੀ ਕੁਲ ਦਾ ਵੀ ਭਲਾ ਕਰਦੇ ਨੇ। ਜਿਵੇਂ ਸੰਸਾਰ ਵਿੱਚ ਦੋ ਤਰ੍ਹਾਂ ਦੇ ਮਨੁੱਖ ਨੇ, ਤੁਹਾਨੂੰ ਅੱਜ ਵੀ ਮਿਲਣਗੇ। ਇੱਕ ਪੜ੍ਹੇ ਲਿਖੇ ਨੇ, ਇੱਕ ਅਨਪੜ੍ਹ ਨੇ। ਜਿਹੜੇ ਪੜ੍ਹ ਲਿਖ ਗਏ, ਨੌਕਰੀਆਂ ਲੱਗ ਗਏ, ਕੋਈ ਨਾ ਕੋਈ ਬਿਜ਼ਨਸ ਕਰ ਲਿਆ, ਉਹਨਾਂ ਨੇ ਆਪਣਾ ਜੀਵਨ ਤਾਂ ਸਵਾਰਿਆ ਹੀ ਹੈ, ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਦਾ ਵੀ ਜੀਵਨ ਸਵਰ ਗਿਆ।
पर ਜਿਹੜੇ नहीं पढ़े अनपढ़ रह गए, पढ़ाई ਨੂੰ ਗੋਲਿਆ नहीं है, ਛੱਡੋ ਪਰਾਂ ਕੀ पढ़ाई करनी है, आप भी दुखी होए ਤੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੁਖੀ ਕਰਨਗੇ। ਕਿਉਂਕਿ ਵਿਦਿਆ ਤੋਂ ਬਿਨਾ ਕੋਈ ਪ੍ਰਾਪਤੀ ਨਹੀਂ ਹੈ, ਭਾਵੇਂ ਸੰਸਾਰਿਕ ਵਿਦਿਆ ਹੈ, ਭਾਵੇਂ ਰੂਹਾਨੀਅਤ ਦੀ ਵਿਦਿਆ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ, ਇਹ ਬ੍ਰਹਮ ਵਿਦਿਆ ਪ੍ਰਾਪਤ ਕੀਤੀ ਸੱਚੇ ਸਤਿਗੁਰੂ ਕੋਲੋਂ, ਉਹਨਾਂ ਨੇ ਆਪਣਾ ਜਨਮ ਸਵਾਰਿਆ ਅਤੇ ਉਹਨਾਂ ਦੀ ਕੁੱਲ ਦਾ ਵੀ ਉਧਾਰ ਹੋਇਆ। ਪੌੜੀ ਆਪੇ 4 ਸਾਲ ਆਪ ਹੈ ਪਾਦਾ, ਆਪੇ ਚਾਟੜੇ ਪੜਨ ਕੋ ਆਣੇ। ਨਾਮ ਜਪ ਕੇ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਪਾਸੇ ਰੱਬ ਦਿਖਾਈ ਦੇਣ ਲੱਗ ਪੈਂਦਾ ਹੈ। ਉਹ ਹੰਕਾਰ ਨਹੀਂ ਕਰਦੇ, ਉਹ ਕਹਿੰਦੇ हे ਮਾਲਕ ਤੂੰ ਆਪ ਹੀ 4 ਸਾਲ ਹੈ। 4 ਸਾल मैंने स्कूल विद्यालय गुरुद्वारा मंदिर मस्जिद जो भी है आप है पांदा, पांदा जिहड़ा पढ़ाउण वाला है, आपे चाटड़े पढ़न को आने। आप ही पाठशाला है, आप ही पढ़ाउण वाला, आप ही विद्यार्थियों नूं बुला के लियाउंदा है। आपे पिता माता है, आपे आपे बाल करे सियाणे। आप ही पिता भी आप है, माँ भी आप है। आप ही अपने बालकां नूं गुरमुखां नूं सियाणा करदा है। एक तै पढ़ बूझै सब आपे, एक तै आपे करे इयाणे। एक थां ते पढ़ के उन्हां नूं आप ही सारा कुछ समझा दिंदा है। एक जिहड़े गल नहीं मनदे संसार ते ਉਹ ਵੀ ਨੇ, ਉਹਨਾਂ ਨੂੰ ਬੇਸਮਝ ਹੀ ਰੱਖਦਾ, ਕਿਉਂਕਿ ਉਸ ਪਾਸੇ ਚੱਲਣਾ ਹੀ ਨਹੀਂ ਚਾਹੁੰਦੇ। ਜਿਵੇਂ ਸਰਕਾਰ ਨੇ ਵੇਖੋ ਸਕੂਲ ਖੋਲ੍ਹੇ ਨੇ, ਤੇ ਜੇ ਕੋਈ ਬੱਚਾ ਉੱਥੇ ਪੜ੍ਹਨ ਨਹੀਂ ਜਾਂਦਾ, ਸਰਕਾਰ ਦਾ ਫਿਰ ਕੀ ਦੋਸ਼ ਹੈ। ਇੱਕ ਥਾਂ ਤੇ ਬੱਚੇ ਪੜ੍ਹ ਕੇ ਡਿਗਰੀਆਂ ਲੈ ਕੇ ਵਧੀਆ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਦਾ ਹੀ ਸਾਰਾ ਕੁਝ ਹੈ ਸੰਸਾਰ ਦੇ ਵਿੱਚ। ਇੱਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ, ਇੱਕ ਨਾ ਨੂੰ ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ। ਜਿਹੜੇ ਵਾਹਿਗੁਰੂ ਨੂੰ ਭਾ ਜਾਂਦੇ ਨੇ, ਜਿਨ੍ਹਾਂ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਜਿਨ੍ਹਾਂ ਨੂੰ ਆਪ ਵਾਹਿਗੁਰੂ ਗੁਰਮੁਖਾਂ ਨੂੰ ਵਡਿਆਈ ਦਿੰਦਾ ਹੈ, ਉਹ ਸੱਚੀ ਦਰਗਾਹ ਦੇ ਵਿੱਚ ਜਾਂਦੇ ਨੇ। ਸਭ ਕੁਝ ਉਸ ਮਾਲਕ ਦੇ ਹੱਥ ਵਿੱਚ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਸ ਮਾਲਕ ਨਾਲ ਜੁੜਨ ਦਾ ਤਰੀਕਾ ਹੈ ਗੁਰੂ ਦੀ ਸ਼ਰਨ ਵਿੱਚ ਆ ਜਾ, ਸੱਚੇ ਸਤਿਗੁਰੂ ਦੇ ਚਰਨਾਂ ਨਾਲ ਜੁੜ। ਸਤਿਗੁਰੂ ਜੀ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।